ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਗੋਬਿੰਦ ਸਿੰਘ ਗੁਰੂ ਗਤ ਦਾਇਕ ਆਨ ਕੀ ਆਸ ਨਹੀਂ ਮਨ ਰਾਈ। ਚਾਤ੍ਰਿਕ ਚੀਤ ਮਹੂਰ ਮਹੂਰਟ ਸਵਾਂਤ ਦਿਦਾਰ ਕਬਹਿ ਇਹੋ ਪਾਈ। ਜਿਉ ਪਤੰਗ ਸਨੇਹ ਕੀ ਡੋਰ ਬੰਦਾ ਡਗ ਡੋਲ ਸਲਿਹੋ ਮਿਲਾਈ। ਸਿੰਧੁ ਤਾਸਨ ਹੈ ਭਵ ਕੀ ਗਤ ਮੋਹਿ ਮਇਆ ਕਰ ਲਿਹੋ ਬਚਾਈ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੈਠ ਕਹੇ ਅੰਗਦ ਸੰਗ ਬਚਨਾ ਪਰਉਪਕਾਰ ਜਿਨ ਹੈ ਮਨ ਰਚਨਾ। ਅਬ ਤਮ ਜਗਤ ਉਦਾਹਰਨ ਕਾਰਨ ਮੂਲ ਮੰਤਰ ਸ਼ੁਭ ਕਰਹੁ ਸੁਧਾਰਨ। ਬੈਠ ਕਹੇ ਅੰਗਦ ਸੰਗ ਬਚਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਅਤਿਅੰਤ ਹੀ ਭਾਗਸ਼ਾਲੀ ਹਾਂ ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਆਪਣੇ ਮਨੁੱਖਾ ਜਨਮ ਨੂੰ ਸਫਲ ਬਣਾਉਣ ਦਾ ਯਤਨ ਕਰਦੇ ਹਾਂ। ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਸਿਮਰਨ ਜਾਪ ਹੋਏ ਹਨ। ਨਿਤਨੇਮ ਬਾਣੀਆਂ ਦੇ ਪਾਠ, ਸ੍ਰੀ ਆਸਾ ਜੀ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ, ਸਤਿਗੁਰੂ ਸਾਹਿਬ ਜੀ ਦੀ ਸੁੰਦਰ ਗੋਦ ਵਿੱਚ ਸੁਸ਼ੋਭਿਤ ਹੋ ਕੇ ਸਰਵਣ ਕੀਤੇ ਨੇ। ਉਪਰੰਤ ਜਗਤ ਗੁਰੂ
ਮਹਾਨ ਪਰਉਪਕਾਰੀ ਗੁਰੂ, ਜੁਗੋ ਜੁਗ ਅਟਲ ਗੁਰੂ, ਜਾਹਰ ਪੀਰ ਜਗਤ ਗੁਰ ਬਾਬਾ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ 2 ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨ ਦੇ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਦਿਆਂ ਜੋ ਸੋਹਿਲੇ ਬਾਣੀ ਦਾ ਪਾਠ ਹੈ, ਇਸ ਨੂੰ ਕਿਹੜੇ ਸਮੇਂ ਦੇ ਅੰਦਰ ਕਰਨਾ ਹੈ, ਇਹ ਸਤਿਗੁਰੂ ਮਹਾਰਾਜ ਜੀ ਨੇ ਇੱਕ ਮਰਜ਼ਾਦਾ ਦੱਸੀ ਹੈ। ਤੇ ਨਾਲ ਨਾਲ ਗੁਰਬਾਣੀ ਦੇ ਪਾਠ ਕਰਨ ਦੀ ਵਿਧੀ ਢੰਗ ਤਰੀਕਾ ਸਤਿਗੁਰੂ ਜੀ ਨੇ ਦੱਸਿਆ ਕਿ ਭਾਵਨਾ ਪ੍ਰੇਮ ਸਹਿਤ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪਾਠ ਕਰਨ ਦਾ ਬਹੁਤ ਭਾਰੀ ਫਲ ਹੈ। ਉਂਝ ਭਾਵੇਂ ਆਪਾਂ ਸਤਿਗੁਰੂ ਮਹਾਰਾਜ ਜੀ ਦੀਆਂ ਸਮੁੱਚੀਆਂ ਗੁਰਬਾਣੀਆਂ ਸਾਰੇ ਸਮਿਆਂ ਦੇ ਵਿੱਚ ਹੀ ਪੜ੍ਹ ਸਕਦੇ ਹਾਂ, ਤੇ ਪਰ ਵਿਸ਼ੇਸ਼ ਰੂਪ ਦੇ ਅੰਦਰ ਗੁਰਸਿੱਖ ਨੇ ਸੁਬਾਹ ਅਤੇ ਸ਼ਾਮ ਦੇ ਨਿਤਨੇਮ ਦੀ ਪਰਪੱਕਤਾ ਰੱਖਣੀ ਹੈ। ਇਹ ਸਤਿਗੁਰੂ ਮਹਾਰਾਜ ਜੀ ਨੇ ਦੱਸਿਆ ਸੀ ਕਿ 5 ਇਸ਼ਨਾਨਾਂ ਕਰਕੇ ਸੋਹਿਲੇ ਬਾਣੀ ਦਾ ਪਾਠ ਉਸ ਵੇਲੇ ਆਪਣੇ ਆਸਣ ਦੇ ਵੱਲ ਸਰਹਾਣੇ ਵੱਲ ਮੁੱਖ ਕਰਕੇ ਇਹ ਬਾਣੀ ਦਾ ਪਾਠ ਕਰਨਾ ਹੈ। ਇਹ ਆਪਾਂ ਵਿਚਾਰ ਸਰਵਣ ਕੀਤੀ ਹੈ। ਸੋ ਅੱਜ ਦੇ ਇਹ ਇਤਿਹਾਸ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਜਪਜੀ ਸਾਹਿਬ ਬਾਣੀ ਦਾ ਸੰਕਲਨ ਕੀਤਾ ਹੈ, ਜਪਜੀ ਸਾਹਿਬ ਬਾਣੀ ਨੂੰ ਤਰਤੀਬ ਦਿੱਤੀ ਹੈ। ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਤੇ ਬਹੁਤ ਹੀ ਪ੍ਰਸੰਨ ਹੋ ਕੇ ਸਾਰੀਆਂ ਪਰਖਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਹੈ ਕਿ ਭਾਈ ਲਹਿਣਾ ਜੀ ਸਫਲ ਬਣ ਚੁੱਕੇ ਹਨ। ਚਾਹੇ ਉਹ ਧਾਨਕ ਦਾ ਰੂਪ ਸੀ, ਚਾਹੇ ਮੁਰਦੇ ਖਾਣ ਦੀ ਗੱਲ ਸੀ, ਤਾਂ ਉਸ ਵੇਲੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋ ਗਏ। ਹਜ਼ੂਰ ਨੇ 5 ਪੈਸੇ ਨਾਲੀਏਰ ਰੱਖ ਕੇ ਭਾਈ ਲਹਿਣਾ ਜੀ ਨੂੰ ਨਮਸਕਾਰ ਕੀਤੀ, ਆਪਣੇ ਥਾਂ ਤੇ ਗੁਰੂ ਪਦਵੀ ਤੇ ਸੁਸ਼ੋਭਿਤ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਆਦਿ ਤੋਂ ਹੀ ਗੁਰੂ ਸਰੂਪ ਹਨ। ਜਿਹੜੀ ਆਪਣੀ ਜੋਤ ਸੀ ਉਹ ਭਾਈ ਲਹਿਣਾ ਜੀ ਦੇ ਅੰਦਰੋਂ ਗੁਰੂ ਜੋਤ ਟਿਕਾ ਦਿੱਤੀ। ਉਂਝ ਭਾਵੇਂ ਸਾਧ ਸੰਗਤ ਜੀ ਸਾਡੇ ਸਾਰਿਆਂ ਸਰੀਰਾਂ ਦੇ ਵਿੱਚ ਜੋਤਾਂ ਹਰ ਸਮੇਂ ਵਰਤਦੀਆਂ ਨੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰਮਾਤਮਾ ਦੀ ਚੇਤਨ ਸੱਤਾ ਸਾਰਿਆਂ ਜੀਵਾਂ ਦੇ ਵਿੱਚ ਹੈ। ਜਿਹੜੀ ਜੋਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਦੇ ਅੰਦਰ ਟਿਕਾਈ, ਉਹ ਇਹ ਚੇਤਨ ਸੱਤਾ ਨਹੀਂ, ਉਹ ਗੁਰੂ ਜੋਤ ਹੈ। ਚੇਤਨ ਸੱਤਾ ਤੋਂ ਇੱਕ ਵੱਖਰੀ ਗੁਰੂ ਜੋਤ ਹੈ, ਜਿਸ ਦੇ ਵਿੱਚ ਫਿਰ ਟੇਕ ਕਰਕੇ ਸੰਸਾਰ ਦਾ ਉਧਾਰ ਕਰਨਾ ਹੈ, ਸੰਸਾਰ ਦਾ ਭਲਾ ਕਰਨਾ ਹੈ। ਕਈ ਵਾਰ ਅਸੀਂ ਇਹ ਗੱਲ ਸੋਚਦੇ ਹੋਵਾਂਗੇ ਕਿ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਖਦੇ ਹਾਂ ਕਿ ਉਹਨਾਂ ਨੇ ਸੱਚਖੰਡ ਗਮਨ ਕੀਤਾ, ਉਹ ਕਿਹੜੀ ਜੋਤ ਹੈ ਜਿਹੜੀ ਸੱਚਖੰਡ ਦੇ ਵਿੱਚ ਗਮਨ ਕਰ ਗਈ, ਤੇ ਉਹ ਕਿਹੜੀ ਜੋਤ ਹੈ ਜਿਹੜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਲੀਨ ਹੋਈ। ਇੱਕ ਪ੍ਰਾਤਕ ਜੋਤ ਹੈ, ਇੱਕ ਸਵਯੰ ਜੋਤ ਹੈ। ਜਿਹੜੀ ਪ੍ਰਾਤਕ ਜੋਤ ਹੈ ਸਾਰਿਆਂ ਜੀਵਾਂ ਦੇ ਅੰਦਰ ਹੈ, ਤੇ ਸਵਯੰ ਜੋਤ
ਜਿਹੜੀ ਹੈ ਉਸ ਦੇ ਵਿੱਚ ਪ੍ਰਤੱਖ ਜੋਤ ਅਤੇ ਸਵਯੰ ਜੋਤ ਇਹ ਇੱਕ ਦੂਸਰਿਆਂ ਦੇ ਵਿੱਚ ਲਿਵਲੀਨ ਹੋ ਗਈਆਂ ਹਨ। ਪਰ ਜਿਹੜੀ ਅੱਗੇ ਗੁਰੂ ਜੋਤ ਹੈ ਇਹ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਦੇ ਵਿੱਚ ਟਿਕਾਈ ਹੈ। ਉਹ ਗੁਰੂ ਜੋਤ ਹੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹੈ। ਇਸੇ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸੀ, ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਅੰਦਰ ਦੀ ਜਿਹੜੀ ਗੁਰੂ ਜੋਤ ਆ ਉਹ ਇੱਕੋ ਹੀ ਵਰਤ ਰਹੀ ਹੈ, ਕੇਵਲ ਬਾਹਰਲੇ ਸਰੀਰ ਬਦਲ ਰਹੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5 ਪੈਸੇ ਰੱਖਣ ਦਾ ਪ੍ਰਤੀਕ ਸੀ ਕਿ ਜਿਤਨੀ ਦੁਨੀਆ ਦੀ ਵਿਭੂਤੀ ਹੈ, ਧਨ ਸੰਪੱਤੀ ਹੈ, ਇਹ ਅੱਜ ਤੋਂ ਤੁਹਾਡੇ ਅਧੀਨ ਕਰ ਦਿੱਤੀ। ਨਾਰੀਅਲ ਤੋਂ ਭਾਵ ਸੀ ਸੀਸ ਭੇਟ ਦੀ ਥਾਂ ਤੇ, ਕਿ ਅਸੀਂ ਆਪਣਾ ਤੁਹਾਨੂੰ ਸੀਸ ਭੇਟਾ ਕਰ ਦਿੱਤਾ ਹੈ ਸदैवी ਕਾਲ। ਇਹ ਸਤਿਗੁਰੂ ਮਹਾਰਾਜ ਜੀ ਨੇ ਐਸੀ ਮਰਜ਼ਾਦਾ ਕਰਕੇ ਆਪਣੇ ਥਾਂ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ ਕੀਤਾ। ਤੇ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਅੱਗੇ ਇਹ ਜਪਜੀ ਬਾਣੀ ਨੂੰ ਤਰਤੀਬ ਦਿੱਤੀ ਹੈ। ਪਹਿਲਾਂ ਜਪਜੀ ਸਾਹਿਬ ਦੀ ਬਾਣੀ ਕਾਫੀ ਗੁਰਬਾਣੀ, ਉਸ ਦੀਆਂ ਪੌੜੀਆਂ ਉਹ ਭਾਵੇਂ ਕੁਝ ਤਰਤੀਬ ਹੀ ਸਨ, ਪਰ ਇਸ ਦੀ ਉਸ ਵੇਲੇ ਸੰਪੂਰਨਤਾ ਨਹੀਂ ਸੀ। ਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਫਿਰ ਤਰਤੀਬ ਭਾਈ ਲਹਿਣਾ ਜੀ ਦੇ ਪਾਸੋਂ ਕਰਵਾਈ। ਤੇ ਫਿਰ ਇਹ ਜਪਜੀ ਸਾਹਿਬ ਬਾਣੀ ਦੀ ਮਹਿਮਾ ਦੱਸੀ ਕਿ ਜਪਜੀ ਸਾਹਿਬ ਬਾਣੀ ਦੇ ਪਾਠ ਦਾ ਫਲ ਕੀ ਹੈ, ਇਹ ਬਾਣੀ ਪੜ੍ਹਨ ਦੇ ਲਾਭ ਕੀ ਹਨ। ਇਹ ਕੁਝ ਇਤਿਹਾਸ ਅੱਜ ਆ ਰਿਹਾ ਹੈ। ਆਪਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰੇਮ ਤੇ ਸਤਿਕਾਰ ਸਹਿਤ ਇਹ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰੀਏ ਜੀ। ਬੈਠ ਕਹੇ ਅੰਗਦ ਸੰਗ ਬਚਨਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗਾਂ ਦੇ ਨਾਲ ਲਾ ਕੇ ਅੰਗਦ ਬਣਾ ਲਿਆ। ਗੁਰੂ ਦੀ ਪਦਵੀ ਜਿਹੜੀ ਹੈ ਇਸ ਦੇ ਅੰਦਰ ਸੁਸ਼ੋਭਿਤ ਕਰ ਦਿੱਤਾ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਬਿਠਾ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹੇ, ਪਰਉਪਕਾਰ ਜਿਨ ਹੈ ਮਨ ਰਚਨਾ। ਜਿਨ੍ਹਾਂ ਬਚਨਾਂ ਦੇ ਅੰਦਰ ਪਰਉਪਕਾਰ ਦੀ ਰਚਨਾ ਬਣਾਵਟ ਹੈ, ਐਸੇ ਬਚਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਆਖੇ, ਜਿਨ੍ਹਾਂ ਦੇ ਵਿੱਚ ਪਰਉਪਕਾਰ ਦੀ ਬਣਾਵਟ ਹੈ, ਜਿਨ੍ਹਾਂ ਦੇ ਵਿੱਚ ਪਰਉਪਕਾਰ ਕਰਨ ਦੀ ਗੱਲ ਹੈ। ਪਰਉਪਕਾਰ ਦਾ ਅੱਖਰੀ ਅਰਥ ਹੁੰਦਾ ਪਰ ਮੈਨੇ ਪਰਾਏ ਦੇ ਉੱਪਰ, ਉਪ ਮੈਨੇ ਨੇੜੇ ਸਮੀਪ ਹੋ ਕੇ ਕੋਈ ਭਲੇ ਦਾ ਕੰਮ ਕਰਨਾ, ਇਸ ਨੂੰ ਪਰਉਪਕਾਰ ਕਹਿੰਦੇ ਹੈ। ਜਿਨ੍ਹਾਂ ਬਚਨਾਂ ਦੇ ਅੰਦਰ ਪਰਉਪਕਾਰ ਦੂਜੇ ਦੇ ਉੱਪਰ ਭਲਾ ਕਰਨ ਦੀ ਬਿਨਾਂ ਕਿਸੇ ਇੱਛਾ ਤੋਂ, ਬਿਨਾਂ ਕਿਸੇ ਚਾਹਨਾ ਤੋਂ ਦੂਜਿਆਂ ਦਾ ਭਲਾ ਕਰਨਾ, ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਬਚਨਾਂ ਦੇ ਵਿੱਚ ਐਸੀ ਤਸੀਰ ਹੈ। ਆਬ ਤਮ ਜਗਤ ਉਦਾਹਰਨ ਕਾਰਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਣ ਲੱਗੇ, ਭਾਈ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਹੁਣ ਤੁਸੀਂ ਸੰਸਾਰ ਦੇ ਭਲੇ ਵਾਸਤੇ, ਸੰਸਾਰ ਦਾ ਉਧਾਰ ਕਰਨ ਦੇ ਵਾਸਤੇ ਮੂਲ ਮੰਤਰ ਸ਼ੁਭ ਕਰੋ ਸੁਧਾਰਨ। ਜਿਹੜਾ ਮੂਲ ਮੰਤਰ ਹੈ ਇਸ ਦਾ ਜਿਹੜਾ ਚੰਗੀ ਤਰ੍ਹਾਂ ਤੁਸੀਂ ਇਸ ਦਾ ਜਿਹੜਾ ਉਚਾਰਨ ਸੀ, ਇਹ ਮੂਲ ਮੰਤਰ ਦਾ ਜਾਪ ਪਾਠ ਤੁਸੀਂ ਆਪਣੀ ਰਸਨਾ ਤੋਂ ਕਰੋ। ਮਮ ਬਾਣੀ ਗੁਣ ਖਾਨੀ ਦੇਖਾ। ਤੇ ਇਸੇ ਤਰ੍ਹਾਂ ਜਿਸ ਬਾਣੀ ਦੇ ਅੰਦਰ ਸਭ ਤੋਂ ਪਹਿਲਾ ਮੂਲ ਮੰਤਰ ਰੱਖਿਆ ਗਿਆ, ਏਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਇਹ ਮਹਾ ਮੰਤਰ ਹੈ। ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਈ ਨਦੀ ਦੇ ਰਾਹੀਂ ਪਰਮਾਤਮਾ ਵਾਹਿਗੁਰੂ ਜੀ ਦੇ ਵਿੱਚ ਲਿਵਲੀਨ ਹੋਏ, ਉਸ ਵੇਲੇ ਪਰਮਾਤਮਾ ਨੇ ਇਹ ਮਹਾ ਮੰਤਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤਾ ਸੀ। ਇਹ ਵਾਰਤਕ ਰੂਪ ਦੇ ਵਿੱਚ ਹੈ। ਇਸ ਤੋਂ ਅੱਗੇ
ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਜਿਹੜਾ ਨਾਲ ਸਤਿਗੁਰੂ ਮਹਾਰਾਜ ਜੀ ਨੇ ਇਹ ਕਾਵ ਦੇ ਵਿੱਚ ਇਹ ਬਾਣੀ ਨੂੰ ਨਾਲ ਰਲਾ ਕੇ ਇਹ ਸਮੁੱਚੇ ਸੰਸਾਰ ਨੂੰ ਜਪਣ ਵਾਸਤੇ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੋਂ ਇਹ ਮਹਾ ਮੰਤਰ ਲਿਆ ਕੇ ਫਿਰ ਇਸ ਦੇ ਨਾਲ ਫਿਰ ਕਾਵ ਦਾ ਸ਼ਬਦ ਨਾਲ ਮਿਲਾ ਕੇ ਇਸ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਨਾਨਕ ਹੋਸੀ ਭੀ ਸੱਚ ਤੱਕ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਭਲੇ ਵਾਸਤੇ ਜਪਣ ਲਈ ਦਿੱਤਾ ਹੈ। ਜੇ ਸਾਡੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੋਵੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਇਹ ਨਾਮ ਨਾਲ ਕਿਉਂ ਲਾਇਆ, ਸਾਧ ਸੰਗਤ ਜੀ ਇੱਕ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜਾ ਮੰਤਰ ਸਾਨੂੰ ਦੇ ਰਿਹਾ ਹੈ ਉਸ ਦੀ ਲੋਕ ਅਤੇ ਪ੍ਰਲੋਕ ਦੇ ਵਿੱਚ ਸਾਡੀ ਗਵਾਹੀ ਹੈ। ਸਾਡੀ ਅਗਵਾਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰ ਰਹੇ ਨੇ। ਜਿਹੜੇ ਗੁਰਸਿੱਖ ਇਹ ਮੂਲ ਮੰਤਰ ਦਾ ਸੰਪੂਰਨ ਪਾਠ ਕਰਦੇ ਨੇ ਉਹਨਾਂ ਦੇ ਗਵਾਹਕਾਰ ਗੁਰੂ ਨਾਨਕ ਸਾਹਿਬ ਜੀ ਹਨ। ਤੇ ਜੇ ਅਸੀਂ ਗੁਰਪ੍ਰਸਾਦ ਤੱਕ ਜਾਪ ਕਰਦੇ ਹਾਂ ਤੇ ਇਸ ਦੇ ਅੰਦਰ ਕੋਈ ਗੁਰੂ ਦੀ ਗਵਾਹੀ ਨਹੀਂ ਹੈ, ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਅਸੀਂ ਅਜੇ ਤੱਕ ਜੀਵ ਮਿਲੇ ਕੋਈ ਨਹੀਂ। ਇਸ ਕਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਨਾਲ ਗਵਾਹੀ ਦੇ ਕੇ ਆਪਣੀ ਇੱਕ ਪੂਰਨ ਤੌਰ 'ਤੇ ਜ਼ਿੰਮੇਵਾਰੀ ਲੈ ਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਸਾਨੂੰ ਇਹ ਜਪਣ ਵਾਸਤੇ ਦਿੱਤਾ ਹੈ। ਇਸ ਕਰਕੇ ਜਿਹੜਾ ਗੁਰੂ ਹੈ ਉਹ ਪ੍ਰਮਾਤਮਾ ਦੇ ਨਾਲ ਮਿਲਾਉਣ ਵਾਲਾ ਹੈ। ਸੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਕੋਲੋਂ ਚੰਗੀ ਤਰ੍ਹਾਂ ਬਣਾ ਸਵਾਰ ਕੇ ਇਹ ਮੂਲ ਮੰਤਰ ਇਹ ਜਪਜੀ ਸਾਹਿਬ ਜੀ ਦੇ ਆਰੰਭ ਦੇ ਵਿੱਚ ਰਖਵਾਇਆ ਹੈ। ਲੀਜੈ ਬੀਨੈ ਬੀਨ ਵਿਸੇਖਾ ਤੇ ਨਾਲ ਬਚਨ ਕੀਤੇ ਇਹ ਬੀਣ ਬੀਣ ਚੁਣ ਚੁਣ ਕੇ ਜਿਹੜੀਆਂ ਪੌੜੀਆਂ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਇੱਕ ਥਾਂ ਤੇ ਤਰਤੀਬ ਦੇਣ ਲਈ ਹਮਹਿ ਸੁਨਾਵਤ ਜਾਓ ਉਚਾਰਾ। ਭਾਈ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਹੁਣ ਤੁਸੀਂ ਇਹਨਾਂ ਨੂੰ ਤਰਤੀਬ ਦੇ ਨਾਲ ਰੱਖ ਕੇ ਜਿਸ ਤਰ੍ਹਾਂ ਤਰਤੀਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੱਸੀ ਹੈ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਉਸੇ ਹੀ ਤਰਤੀਬ ਨੂੰ ਲੈ ਕੇ ਉਸੇ ਹੀ ਢੰਗ ਦੇ ਨਾਲ ਪੌੜੀਆਂ ਨੂੰ ਇੱਕ ਦੂਸਰੀਆਂ ਦੇ ਨਾਲ ਮਿਲਾ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਜਪਜੀ ਸਾਹਿਬ ਬਾਣੀ ਸੁਣਾਉਣ ਲੱਗੇ ਹਨ। ਬੰਦ ਮਿਰਜਾਦ ਕਰੋ ਉਪਕਾਰਾ ਤੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹ ਇੱਕ ਮਰਜ਼ਾਦਾ ਬੰਨੀ ਜਾਵੇ ਕਿ ਇਹ ਜਪਜੀ ਸਾਹਿਬ ਜੀ ਦੀਆਂ ਜਿੰਨੀਆਂ ਪੌੜੀਆਂ ਨੇ ਇਹ ਜਿਸ ਥਾਂ 'ਤੇ ਇਹਨਾਂ ਦੀ ਯੋਗਤਾ ਬਣਦੀ ਹੈ ਇਸ ਦੇ ਨਾਲ ਇਹ ਤਰਤੀਬ ਦੇ ਸਹਿਤ ਗੁਰਬਾਣੀ ਦਾ ਪਾਠ ਇਹ ਸੰਪੂਰਨ ਹੋ ਜਾਵੇ ਬਣ ਜਾਵੇ। ਹਮ ਤੇ ਜੋ ਜਨਮੈ ਪਛਚਾਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਸਾਡੇ ਤੋਂ ਬਾਅਦ ਸਰੀਰ ਕਰਕੇ ਸੰਸਾਰ ਦੇ ਵਿੱਚ ਜਨਮ ਲੈਣਗੇ ਤਿਨ ਸਭ ਕੋ ਹੋਵੇ ਗਤ ਦਾਤਾ ਉਹਨਾਂ ਸਾਰਿਆਂ ਦੀ ਇਹ ਬਾਣੀ ਮੁਕਤੀ ਦਾਤਾ ਹੋਵੇਗੀ। ਜਿਹੜੇ ਜਿਹੜੇ ਗੁਰਬਾਣੀ ਦਾ ਇਹ ਪਾਠ ਕਰਨਗੇ ਜਪਜੀ ਸਾਹਿਬ ਬਾਣੀ ਦਾ ਉਹਨਾਂ ਦਾ ਭਲਾ ਹੋਵੇਗਾ, ਉਹਨਾਂ ਦੀ ਮੁਕਤੀ ਹੋਵੇਗੀ। ਜਪਜੀ ਸਾਹਿਬ ਬਾਣੀ ਦੀਆਂ ਜਿਹੜੀਆਂ ਪੌੜੀਆਂ ਹਨ ਇਹ ਅਲੱਗ-ਅਲੱਗ ਥਾਵਾਂ 'ਤੇ ਸਤਿਗੁਰੂ ਜੀ ਨੇ ਉਚਾਰਨ ਕੀਤੀਆਂ ਨੇ। ਜਿਸ ਤਰ੍ਹਾਂ ਕੁਝ ਬਾਣੀ ਪ੍ਰਮਾਤਮਾ ਦੇ ਸਨਮੁਖ ਉਚਾਰਨ ਕੀਤੀ ਹੈ, ਕੁਝ ਬਾਣੀ ਸਿੱਧਾਂ ਦੇ ਨਾਲ ਸਵਾਲ ਜਵਾਬ ਕਰਦਿਆਂ ਵੀ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਜ਼ਿਆਦਾਤਰ ਬਾਣੀ ਸਿੱਧਾਂ ਦੇ ਨਾਲ ਪ੍ਰਸ਼ਨੋਤਰੀ ਰੂਪ ਦੇ ਅੰਦਰ ਇਹ ਜਪਜੀ ਬਾਣੀ ਦਾ ਉਚਾਰਨ ਹੋਇਆ ਹੈ। ਇਸੇ ਤਰ੍ਹਾਂ ਇਹ ਕੁਝ ਬਾਣੀ ਅਕਾਲ ਪੁਰਖ ਪ੍ਰਮਾਤਮਾ ਦੇ ਸਨਮੁਖ ਵੀ ਉਚਾਰਨ ਹੋਈ ਹੈ। ਇਸੇ ਤਰ੍ਹਾਂ ਸਿੱਧਨ ਸੰਗ ਹਮ ਚਰਚਾ ਕੀਨੀ ਤਾਹੇ ਉਚਾਰਾ ਜਪ ਪਰਵੀਨੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਕੁਝ ਵੈਰਾਗੀ ਮਹਾਤਮਾ ਆਏ ਸਨ। ਉਹਨਾਂ ਨੇ ਆ ਕੇ ਸਵਾਲ ਕੀਤਾ, ਸਤਿਗੁਰੂ ਜੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਗੁਰੂ ਘਰ ਦੇ ਵਿੱਚ ਮੂਲ ਮੰਤਰ, ਗੁਰ ਮੰਤਰ, ਮਾਲਾ ਮੰਤਰ, ਬੀਜ ਮੰਤਰ ਇਹ ਕਿਹੜੇ ਕਿਹੜੇ ਹਨ?
ਕਿਉਂਕਿ ਜਿਹੜਾ ਸੰਸਾਰ ਹੈ ਇਹ ਮੰਤਰ ਦੇ ਜਾਪ ਤੋਂ ਬਿਨਾਂ ਤਰ ਨਹੀਂ ਸਕਦਾ। ਮੰਤਰ ਸੰਸਕ੍ਰਿਤ ਦੇ ਵਿਦਵਾਨਾਂ ਨੇ ਇਸ ਦਾ ਲਕਸ਼ਣ ਕੀਤਾ ਮਰਨਤਿਆ ਤਰਾਤੂ ਇਤੀਸਾ ਮੰਤਰਾ, ਜਿਸ ਦੇ ਮੰਨਣ ਦੇ ਨਾਲ ਮਨੁੱਖ ਸੰਸਾਰ ਸਮੁੰਦਰ ਤੋਂ ਤਰ ਜਾਵੇ ਉਸ ਨੂੰ ਮੰਤਰ ਕਹਿੰਦੇ ਹੈ। ਇਸੇ ਤਰ੍ਹਾਂ ਤਾਰਕ ਮੰਤਰ ਹੈ ਜਿਸ ਦੇ ਜਪਣ ਦੇ ਨਾਲ ਮਨੁੱਖ ਸੰਸਾਰ ਤੋਂ ਤਰ ਜਾਂਦਾ ਹੈ। ਗੁਰੂ ਘਰ ਦੇ ਅੰਦਰ ਇਹ ਐਸੇ ਇੱਕ ਮੂਲ ਮੰਤਰ, ਮਹਾ ਮੰਤਰ, ਗੁਰ ਮੰਤਰ ਜਿਹੜਾ ਵਾਹਿਗੁਰੂ ਸ਼ਬਦ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਇਸੇ ਤਰ੍ਹਾਂ ਬੀਜ ਮੰਤਰ ਹਰ ਨਾਮ ਰਸਾਇਣ ਨਾਨਕ ਪੂਰਾ ਪਾਇਆ, ਚਲਤ ਵੈਸਤ ਸੋਭਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਇਸੇ ਤਰ੍ਹਾਂ ਇਹ ਜਿਹੜੇ ਵੈਰਾਗੀ ਸਾਧੂ ਆਏ ਸਨ ਉਹਨਾਂ ਨੂੰ ਬੀਜ ਮੰਤਰ, ਮੂਲ ਮੰਤਰ ਤੇ ਗੁਰਮੰਤਰ ਤਾਂ ਦੱਸ ਦਿੱਤੇ ਸਨ, ਅੱਗੇ ਮਾਲਾ ਮੰਤਰ ਦਾ ਪਤਾ ਨਹੀਂ ਸੀ। ਉਸ ਵੇਲੇ ਭਾਈ ਲਹਿਣਾ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਸੀ, ਸਤਿਗੁਰੂ ਜੀ ਸਿੱਖ ਧਰਮ ਦੇ ਵਿੱਚ ਮਾਲਾ ਮੰਤਰ ਕੀ ਹੈ? ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੱਸਿਆ ਮਾਲਾ ਮੰਤਰ ਇਹ ਜਪ ਬਾਣੀ ਹੈ। ਤੇ ਇਸ ਬਾਣੀ ਨੂੰ ਤਰਤੀਬ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਤਾਈਂ ਕਹਿ ਕੇ ਹੁਕਮ ਕਰਕੇ ਇਸ ਬਾਣੀ ਦੀਆਂ ਪੌੜੀਆਂ ਨੂੰ ਇੱਕ ਲਾਈਨ ਦੇ ਵਿੱਚ ਇੱਕ ਤਰਤੀਬ ਦੇ ਨਾਲ ਇੱਕ ਨੰਬਰਵਾਰ ਸਤਿਗੁਰੂ ਮਹਾਰਾਜ ਜੀ ਨੇ ਸੁਣਨੀਆਂ ਸ਼ੁਰੂ ਕੀਤੀਆਂ ਹਨ। ਜਿਉਂ ਜਹਾਜ਼ ਚੜ੍ਹ ਸਾਗਰ ਤਰਹੀਂ, ਜਿਸ ਤਰ੍ਹਾਂ ਮਨੁੱਖ ਜਹਾਜ਼ ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ, ਤਿਉਂ ਤਹਿ ਪੜ ਸੰਸਾਰ ਉਦਰ ਹੀ। ਇਸੇ ਤਰ੍ਹਾਂ ਮਨੁੱਖ ਗੁਰਬਾਣੀ ਜਪ ਬਾਣੀ ਦਾ ਪਾਠ ਕਰਕੇ ਸੰਸਾਰ ਤੋਂ ਤਰ ਜਾਏਗਾ। ਸੁਨ ਸ੍ਰੀ ਅੰਗਦ ਬੰਧਨ ਠਾਨੀ, ਇਹ ਬਚਨ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਬੀਨ ਬੀਨ ਨੀਕੈ ਗੁਰਬਾਨੀ, ਉਸ ਵੇਲੇ ਬੀਨ ਬੀਨ ਚੁਣ ਚੁਣ ਕੇ ਪੌੜੀਆਂ ਜਿਹੜੀਆਂ ਸਨ ਉਹਨਾਂ ਨੂੰ ਤਰਤੀਬ ਦੇ ਨਾਲ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੱਸਿਆ ਸੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਸੇ ਤਰ੍ਹਾਂ ਹੀ ਸੁਣਾਉਣਾ ਕੀਤੀਆਂ। ਆਨ ਸੁਨਾਵਨ ਕੀਨ ਸੁਹਾਨੀ, ਜਿਸ ਵੇਲੇ ਸੁਹਾਨੀ ਸੋਭਨੀਕ ਸਤਿਗੁਰੂ ਜੀ ਨੇ ਇਹ ਪੌੜੀਆਂ ਜਪ ਬਾਣੀ ਦੀਆਂ ਤਰਤੀਬ ਦੇ ਨਾਲ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੱਸੀਆਂ ਸੀ, ਢੰਗ ਤਰੀਕਾ ਦੱਸਿਆ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਪੌੜੀਆਂ ਦੀ ਤਰਤੀਬ ਸਾਹਿਤ ਇਹ ਜਪ ਬਾਣੀ ਦਾ ਪਾਠ ਸੁਣਾਇਆ। ਤਬ ਜਪ ਨਾਮ ਧਰਿਓ ਗੁਣ ਖਾਨੀ, ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਬਾਣੀ ਦਾ ਨਾਮ ਜਪ ਰੱਖਿਆ ਹੈ। ਜਾਪੇ ਬਾਣੀ ਦਾ ਨਾਮ ਤਰਤੀਬ ਦੇ ਕੇ ਪੌੜੀਆਂ ਨੂੰ ਨੰਬਰਵਾਰ ਕਰਕੇ ਫਿਰ ਇਸ ਬਾਣੀ ਦਾ ਨਾਮ ਜਪ ਰੱਖਿਆ। ਇਸ ਨੂੰ ਕਈ ਜਪ ਨਿਸ਼ਾਨ ਕਰਕੇ ਵੀ ਗੁਰਸਿੱਖ ਆਖਦੇ ਹਨ। ਇਸੇ ਤਰ੍ਹਾਂ ਕਿ ਇਹ ਪ੍ਰਲੋਕ ਦੇ ਵਿੱਚ ਇੱਕ ਪਛਾਣ ਪੱਤਰ ਹੈ ਜਪ ਬਾਣੀ। ਜਪ ਬਾਣੀ ਤੋਂ ਦੀ ਜਦੋਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਰਤੀਬ ਕੀਤੀ ਹੈ, ਉਸ ਵੇਲੇ ਤੋਂ ਲੈ ਕੇ ਜਿਹੜੇ ਦੇਵ ਲੋਕ ਵਿੱਚ ਰਹਿਣ ਵਾਲੇ ਕੋਈ ਦਿਵ ਸਰੂਪ ਹਨ ਉਹ ਵੀ ਇਹ ਬਾਣੀ ਦਾ ਜਾਪ ਕਰਦੇ ਹਨ। ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਦੀ ਤਰਤੀਬ ਕਰਕੇ ਸਦਾ ਨਾਮ ਜਪ ਰੱਖਿਆ ਹੈ ਕਿ ਇਹ ਜਪਣ ਵਾਲੀ ਹੈ, ਜਪਣ ਦੇ ਯੋਗ ਹੈ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਜਪ ਬਾਣੀ ਦੀ ਮਹਿਮਾ ਆਪਣੇ ਮੁਖਾਰ ਵਿੱਚ ਤੋਂ ਆਖੀ ਹੈ। ਇਹਨੂੰ ਆਪਾਂ ਗੁਰਸਿੱਖ ਜਪ ਜੀ, ਇਹ ਜੀ ਸ਼ਬਦ ਜਿਹੜਾ ਹੈ ਅਸੀਂ ਸਤਿਕਾਰ ਦੇ ਨਾਲ ਲਾਉਂਦੇ ਹਾਂ। ਕਈ ਗੁਰਸਿੱਖ ਜਪ ਜੀ ਪਾਠ ਇਕੱਠਾ ਕਰਦੇ ਹੈ, ਪਰ ਇਕੱਠਾ ਨਹੀਂ, ਇਹ ਜਪ ਬਾਣੀ ਦਾ ਨਾਮ ਹੈ। ਜੀ ਇਸ ਦੇ ਨਾਲ ਅਸੀਂ ਸਤਿਕਾਰ ਨਾਲ ਲਾਉਂਦੇ ਹਾਂ। ਜਪ ਜੀ, ਜਪ ਜੀ ਬਾਣੀ ਦਾ ਪਾਠ ਹੈ ਜਪ ਜੀ। ਇਹ ਐਸੀ ਜਿਹੜੀ ਜਪ ਬਾਣੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਮਹਿਮਾ ਆਖੀ। ਜੋ ਨਰ ਹੋਇ ਸਿੱਖੀ ਅਬਲਾਖੀ, ਜਿਹੜਾ ਮਨੁੱਖ ਸਿੱਖੀ ਦਾ ਚਾਹਵਾਨ ਹੈ, ਜਿਹਦੇ ਮਨ ਦੇ ਅੰਦਰ ਇਹ ਇੱਛਾ ਚਾਹਣਾ ਹੋਵੇ ਕਿ ਮੈਂ ਗੁਰੂ ਕਾ ਸਿੱਖ ਬਣਾ, ਨਿਸਮਹਿ ਉਠੇ ਸੇ ਕਰਹਿ ਇਸ਼ਨਾਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈਓ ਨਿਸਮਹਿ ਨੇ ਰਾਤ ਦੇ ਸਮੇਂ
ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਪਾਨ ਕਰੇ। ਜਪ ਪੜ ਹੈ ਇਕ ਚਿਤ ਸਬਦਾਨਾ। ਉਹ ਸਿੱਖ ਇੱਕ ਚਿੱਤ ਹੋ ਕੇ, ਉਹ ਇਨਸਾਨ, ਉਹ ਮਨੁੱਖ, ਉਹ ਮਾਈ, ਉਹ ਭਾਈ, ਇੱਕ ਮਨ ਇੱਕ ਚਿੱਤ ਹੋ ਕੇ ਜਪ ਬਾਣੀ ਦਾ ਪਾਠ ਕਰੇ। ਜਿਹਦੇ ਮਨ ਦੇ ਅੰਦਰ ਚਾਹਨਾ ਹੈ, ਇੱਛਾ ਹੈ ਕਿ ਮੈਂ ਸਿੱਖ ਬਣਾ, ਮੈਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਕਮਾਵਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਸਿੱਖ ਦੇ ਉੱਪਰ ਸਾਡੀ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਮਨ ਦੀ ਇਕਾਗਰਤਾ ਦੇ ਨਾਲ ਇਹ ਜਪ ਬਾਣੀ ਦਾ ਪਾਠ ਕਰਦਾ ਹੈ। ਅਰਥ ਵਿਚਾਰ ਕਰਹਿ ਔਰ ਮਾਹੀ। ਜਿਹੜਾ ਸਿੱਖ ਇਹ ਜਪ ਬਾਣੀ ਦੇ ਫਿਰ ਅੱਗੇ ਅਰਥਾਂ ਦੀ ਵਿਚਾਰ ਕਰਦਾ ਹੈ। ਇੱਕ ਤਾਂ ਹੈ ਗੁਰਬਾਣੀ ਦਾ ਪਾਠ ਪ੍ਰੇਮ ਸਹਿਤ ਕਰਨਾ। ਇਸ ਤੋਂ ਇੱਕ ਅਗਲੀ ਅਵਸਥਾ ਹੈ ਫਿਰ ਇਹ ਜਪ ਬਾਣੀ ਦੇ ਅਰਥਾਂ ਨੂੰ ਸਮਝਣਾ ਕਿ ਸਤਿਗੁਰੂ ਮਹਾਰਾਜ ਜੀ ਨੇ ਇਹ ਗੁਰਬਾਣੀ ਦੇ ਅੰਦਰ ਸਾਨੂੰ ਉਪਦੇਸ਼ ਕੀ ਦਿੱਤਾ ਹੋਇਆ ਹੈ। ਉਸ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਨਾ, ਵਸਾਉਣ ਦਾ ਯਤਨ ਕਰਨਾ। ਇੱਕ ਤਾਂ ਗੁਰਬਾਣੀ ਦਾ ਪਾਠ ਪ੍ਰੇਮ ਸਹਿਤ ਕਰਨਾ, ਦੂਸਰਾ ਹੈ ਗੁਰਬਾਣੀ ਦੇ ਅਰਥਾਂ ਨੂੰ ਵਿਚਾਰਨਾ ਹੈ, ਸਮਝਣਾ ਹੈ। ਮੁਕਤ ਹੋਏ ਸੋ ਸੰਸੇ ਨਾਹੀ। ਜਿਹੜਾ ਸਿੱਖ ਗੁਰਬਾਣੀ ਦੇ ਪਾਠ ਨੂੰ ਪ੍ਰੇਮ ਸਹਿਤ ਕਰਦਾ ਹੈ, ਕਰੇਗਾ, ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰੇਗਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਸੰਸਾ ਨਹੀਂ ਕੋਈ ਵੀ, ਉਹ ਮੁਕਤ ਹੋ ਜਾਏਗਾ। ਉਹ ਸੰਸਾਰ ਦੇ ਜੰਮਣ ਮਰਨ ਦੇ ਚੱਕਰਾਂ ਤੋਂ ਰਹਿਤ ਹੋ ਜਾਏਗਾ। ਸੰਸਾਰ ਦੇ ਵਿੱਚ ਵਾਰ-ਵਾਰ ਕਦੇ ਜੰਮਦਾ ਤੇ ਮਰਦਾ ਨਹੀਂ ਰਹੇਗਾ। ਜਪਜੀ ਸੇਵਨ ਪ੍ਰੀਤ ਸੋ ਜਾਹੀ। ਜਿਨ੍ਹਾਂ ਦੇ ਮਨ ਦੇ ਅੰਦਰ ਜਪਜੀ ਸਾਹਿਬ ਬਾਣੀ ਦੇ ਪਾਠ ਕਰਨ ਦੀ ਪ੍ਰੀਤੀ ਹੈ, ਸੇਵਨ ਤੋਂ ਭਾਵ ਹੈ ਪਾਠ ਕਰਨਾ। ਜਿਨ੍ਹਾਂ ਦੇ ਮਨ ਦੇ ਅੰਦਰ ਜਪਜੀ ਬਾਣੀ ਦੇ ਪਾਠ ਕਰਨ ਦੀ ਪ੍ਰੀਤੀ ਹੈ, ਉਹ ਮਨੁੱਖ, ਉਹ ਇਨਸਾਨ ਜੰਮਣ ਮਰਨ ਤੋਂ ਰਹਿਤ ਹੋ ਜਾਣਗੇ। ਉਹਨਾਂ ਦੇ ਅੰਦਰ ਆਤਮਿਕ ਖੇੜਾ ਤੇ ਸ਼ਾਂਤੀ ਹਰ ਸਮੇਂ ਬਣੇ ਰਹਿਣਗੇ। ਮਮ ਸਮੀਪ ਪ੍ਰਾਪਤ ਹੋਏ ਤਾਹੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਮਮ ਸਮੀਪ, ਮੇਰੇ ਬਿਲਕੁਲ ਨੇੜੇ ਹੋ ਕਰਕੇ ਰਹਿਣਗੇ। ਸਰੀਰ ਤਿਆਗਣ ਤੋਂ ਵੀ ਉਹ ਸਾਡੀ ਪੁਰੀ ਦੇ ਵਿੱਚ ਸਾਡੇ ਪਾਸ ਉਹ ਰਹਿਣਗੇ। ਜਿਹੜਾ ਸਿੱਖ ਹੈ ਉਹ ਸਰੀਰ ਤਿਆਗਣ ਤੋਂ ਬਾਅਦ ਉਹ ਗੁਰਪੁਰੀ ਦੇ ਵਿੱਚ ਨਿਵਾਸ ਕਰਦਾ ਹੈ, ਜਿੱਥੇ ਸਤਿਗੁਰੂ ਮਹਾਰਾਜ ਜੀ ਦੀ ਪੁਰੀ ਹੈ। ਇਸੇ ਤਰ੍ਹਾਂ ਅਸੀਂ ਭਾਈ ਕਈ ਵਾਰ ਆਮ ਤੌਰ 'ਤੇ ਕੋਈ ਸਵਰਗਵਾਸੀ ਇਹ ਸ਼ਬਦ ਲਿਖ ਦਿੰਦੇ ਹਾਂ, ਬਹੁਤ ਥਾਵਾਂ 'ਤੇ ਲਿਖਿਆ ਮਿਲਦਾ ਹੈ। ਜਿਹੜਾ ਕੋਈ ਚੜ੍ਹਾਈ ਕਰ ਗਿਆ ਹੁੰਦਾ ਉਸ ਨੂੰ ਸਵਰਗਵਾਸੀ ਲਿਖਿਆ ਆਪਾਂ ਵੇਖਦੇ ਹਾਂ। ਪਰ ਜਿਹੜਾ ਗੁਰੂ ਕਾ ਸਿੱਖ ਆ ਉਹ ਸਵਰਗਵਾਸੀ ਨਹੀਂ। ਗੁਰੂ ਕਾ ਸਿੱਖ ਤਾਂ ਸਵਰਗ ਤੋਂ ਉੱਚੀ ਅਵਸਥਾ ਦੇ ਅੰਦਰ ਟਿਕਦਾ ਹੈ। ਇਸ ਕਰਕੇ ਸਿੱਖ ਦਾ ਟਿਕਾਣਾ ਗੁਰੂ ਦੇ ਚਰਨ ਹਨ। ਸਿੱਖ ਦਾ ਟਿਕਾਣਾ ਪ੍ਰਮਾਤਮਾ ਵਿੱਚ ਅਭੇਦਤਾ ਹੈ। ਇਸ ਕਰਕੇ ਪ੍ਰਮਾਤਮਾ ਤੇ ਗੁਰੂ, ਇਸ ਕਾਰਨ ਕਰਕੇ ਸਿੱਖ ਜਿਹੜਾ ਹੈ ਜਾਂ ਤਾਂ ਉਹ ਗੁਰਪੁਰੀ ਸੁਧਾਰਦਾ ਹੈ ਜਾਂ ਅਕਾਲ ਚਲਾਣਾ ਕਰਦਾ ਹੈ। ਅਕਾਲ ਚਲਾਣੇ ਦਾ ਅਰਥ ਵੀ ਇਹੋ ਹੈ ਜਿਹਦਾ ਚਲਾਣਾ ਚੱਲਣਾ ਅਕਾਲ ਵੱਲ ਹੋਵੇ, ਭਾਵ ਪ੍ਰਮਾਤਮਾ ਵੱਲ ਨੂੰ ਉਹ ਚਲਿਆ ਗਿਆ। ਇਸ ਤਰ੍ਹਾਂ ਦੇ ਨਾਲ ਸਿੱਖ ਦੇ ਸਰੀਰ ਤਿਆਗਣ ਤੋਂ ਬਾਅਦ ਸਿੱਖਾਂ ਨੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਸਮੇਂ ਸਵਾਲ ਕੀਤਾ ਸੀ। ਕਹਿੰਦੇ ਸਤਿਗੁਰੂ ਜੀ, ਜਦੋਂ ਕੋਈ ਗੁਰਸਿੱਖ ਚੜ੍ਹਾਈ ਕਰ ਜਾਂਦਾ ਉਹਨੂੰ ਕੀ ਸ਼ਬਦ ਵਰਤਣਾ ਚਾਹੀਦਾ ਹੈ? ਕੋਈ ਸਿੱਖ ਆਖਦਾ ਹੈ ਸਵਰਗਵਾਸੀ ਹੋ ਗਿਆ, ਕੋਈ ਆਖਦਾ ਹੈ ਕਿ ਉਸ ਦੀ ਮੌਤ ਹੋ ਗਈ, ਤੇ ਕੋਈ ਕਹਿੰਦਾ ਚੜ੍ਹਾਈ ਕਰ ਗਿਆ, ਤੇ ਕੋਈ ਆਖਦਾ ਹੈ ਕਿ ਉਹ ਮਰ ਗਿਆ, ਕੋਈ ਕਹਿੰਦਾ ਅਕਾਲ ਚਲਾਣਾ ਕਰ ਗਿਆ। ਮਹਾਰਾਜ ਸਿੱਖ ਦੇ ਵਾਸਤੇ ਕੀ ਸ਼ਬਦ ਵਰਤਣਾ ਚਾਹੀਦਾ? ਤਾਂ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਸੀ। ਕਹਿਣ ਲੱਗੇ ਜਦੋਂ ਸਿੱਖ ਇਹ ਸਰੀਰ ਤਿਆਗਦਾ ਹੈ ਉਸ ਵੇਲੇ ਸਿੱਖ ਦੇ ਵਾਸਤੇ ਸ਼ਬਦ ਹਨ ਕਿ ਸਿੱਖ ਅਕਾਲ ਚਲਾਣਾ ਕਰ ਗਿਆ। ਸਿੱਖ ਦਾ ਜਿਹੜਾ ਚਲਾਣਾ ਅਕਾਲ ਦੇ ਵੱਲ ਹੋਇਆ ਹੈ। ਇਸੇ ਤਰ੍ਹਾਂ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਹਨ ਉਹ ਗੁਰਪੁਰੀ ਜਾਂ ਅਕਾਲ ਚਲਾਣਾ ਕਰਦੇ ਹਨ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਗੁਰਸਿੱਖ ਦਾ ਜਿਹੜਾ ਨਿਵਾਸ ਹੈ ਉਹ ਪਰਮਾਤਮਾ ਦੇ ਚਰਨਾਂ ਵਿੱਚ ਹੁੰਦਾ ਹੈ। ਧਰਹਿ ਕਾਮਨਾ ਪੜ ਹੈ ਇਕ ਮਨ। ਜਿਹੜਾ ਸਿੱਖ ਮਨ ਦੇ ਵਿੱਚ ਕਾਮਨਾ ਧਾਰ ਕੇ ਇਹ ਜਪ ਬਾਣੀ ਦਾ ਪਾਠ ਕਰੇਗਾ, ਜੋ ਮਨ ਦੇ ਅੰਦਰ ਇੱਛਾ ਰੱਖ ਕੇ ਪਾਠ ਕਰਦਾ ਹੈ, ਹੋਏ ਸਪੂਰਨ ਤਿਹ ਕੀ ਤਤ ਛਿਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੀ ਬੜੀ ਤਤ ਛਿਨ, ਬੜੀ ਜਲਦੀ ਇੱਛਾ ਪੂਰੀ ਹੋਵੇਗੀ। ਜੋ ਮਨ ਦੇ ਅੰਦਰ ਕਾਮਨਾ ਧਾਰ ਕੇ ਬਾਣੀ ਦੇ ਪਾਠ ਕਰਦਾ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ। ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਸਤਿਕਾਰਯੋਗ ਪਿਤਾ ਬਾਬਾ ਖਜਾਨ ਸਿੰਘ ਜੀ, ਉਹਨਾਂ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਤੇ ਉਸ ਵੇਲੇ 1.25 ਲੱਖ ਪਾਠ ਦੀ ਅਰਦਾਸ ਕੀਤੀ ਸੀ ਕਿ ਸਤਿਗੁਰੂ ਮਹਾਰਾਜ ਜੀ 1.25 ਲੱਖ ਪਾਠ ਜਪਜੀ ਸਾਹਿਬ ਬਾਣੀ ਦਾ ਮੈਂ ਕਰਾਂਗਾ ਤੇ ਆਪ ਕਿਰਪਾ ਕਰਕੇ ਮੈਨੂੰ ਤੁਹਾਡੇ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਹੋ ਜਾਣ। ਤਾਂ 1.25 ਲੱਖ ਪਾਠ ਜਪਜੀ ਸਾਹਿਬ ਜੀ ਦਾ ਬਾਬਾ ਖਜਾਨ ਸਿੰਘ ਜੀ ਨੇ ਅਗਲੇ ਸਾਲ ਤੱਕ ਸੰਪੂਰਨ ਕੀਤੇ ਔਰ ਬੜੀ ਸੁਚਮ ਰੱਖ ਕੇ ਐਨ ਪੂਰਾ ਚੰਗੀ ਤਰ੍ਹਾਂ ਆਪਣਾ ਸਮਾਂ ਬਣਾ ਕੇ ਤੇ ਦੱਸਦੇ ਹਨ ਕਿ ਜਿਸ ਵੇਲੇ ਇਹ ਪਾਠ ਸੰਪੂਰਨ ਹੋਣ ਵਾਲੇ ਹੀ ਸਨ ਤੇ ਉਸ ਵੇਲੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੋਏ ਸਨ। ਜਿਹੜਾ ਸਿੱਖ ਮਨ ਦੇ ਅੰਦਰ ਕਾਮਨਾ ਧਾਰ ਕੇ ਪਾਠ ਕਰਦਾ, ਜੇ ਮਨ ਦੇ ਅੰਦਰ ਕਾਮਨਾ ਧਾਰ ਕੇ ਦਰਸ਼ਨਾਂ ਦੀ ਚਾਹਨਾ ਹੋਵੇਗੀ ਤੇ ਦਰਸ਼ਨ ਵੀ ਹੋ ਜਾਂਦੇ ਹੈ। ਕਈ ਵਾਰ ਜਦੋਂ ਮਨੁੱਖ ਇਹ ਜਾਪ ਪਾਠ ਕਰਦਾ ਵੀ ਹੈ ਤੇ ਉਸ ਵੇਲੇ ਪਹਿਲੀ ਵਾਰ ਦਰਸ਼ਨ ਨਹੀਂ ਹੋਏ ਤੇ ਮਨੁੱਖ ਦੇ ਮਨ ਦੇ ਅੰਦਰ ਕਈ ਤਰ੍ਹਾਂ ਦੀਆਂ ਕਲਪਨਾਵਾਂ ਪੈਦਾ ਹੋ ਜਾਂਦੀਆਂ ਨੇ। ਇਸ ਦੀ ਬਾਬਤ ਇੱਕ ਐਸਾ ਵੀ ਵਚਨ ਆਉਂਦਾ ਹੈ ਕਿ ਕਿਸੇ ਨੇ ਗੁਰਸਿੱਖ ਨੇ ਇਹ ਜਪਜੀ ਬਾਣੀ ਦੇ ਪਾਠ ਦੀ ਮਹਿਮਾ ਸੁਣੀ, ਕਿਸੇ ਗ੍ਰੰਥ ਦੇ ਵਿੱਚੋਂ ਪੜ੍ਹਿਆ ਜਾਂ ਇਤਿਹਾਸ ਦੇ ਵਿੱਚੋਂ ਪੜ੍ਹਿਆ ਕਿ ਜਿਹੜਾ ਸਿੱਖ ਇਸ ਤਰ੍ਹਾਂ ਦੇ ਨਾਲ ਇਹ ਪਾਠ ਕਰੇਗਾ ਤੇ ਉਸ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣਗੇ, ਮਨ ਦੀ ਕਾਮਨਾ ਪੂਰੀ ਹੋਵੇਗੀ। ਤੇ ਕਿਸੇ ਮਨੁੱਖ ਨੇ ਇਹ ਭਾਵਨਾ ਧਾਰ ਕੇ ਪਾਠ ਕੀਤੇ ਪਰ ਪਾਠ ਕਰਨ ਤੋਂ ਬਾਅਦ ਗੱਲ ਨਾ ਬਣ ਸਕੀ। ਮਨ ਦੇ ਵਿੱਚ ਸੋਚਿਆ ਕਿ ਸ਼ਾਇਦ ਇਹ ਇਤਿਹਾਸ ਦੇ ਵਿੱਚ ਗਲਤ ਹੀ ਲਿਖਿਆ ਹੋਇਆ ਹੈ। ਉਸ ਦੀ ਜਿਹੜੀ ਮਨ ਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਤੋਂ ਸਰਧਾ ਖਤਮ ਹੋਈ। ਤੇ ਜਿਸ ਵੇਲੇ ਕੋਈ ਪਰਮੇਸ਼ਰ ਦਾ ਪਿਆਰਾ ਗੁਰਸਿੱਖ ਮਿਲਿਆ, ਕਹਿਣ ਲੱਗੇ ਭਾਈ ਜੇ ਨਹੀਂ ਤੈਨੂੰ ਅਜੇ ਤੱਕ ਇਹ 1.25 ਲੱਖ ਪਾਠ ਕਰਨ ਦੇ ਨਾਲ ਕੋਈ ਗੱਲ ਬਣੀ, ਤੂੰ ਦੁਬਾਰਾ ਇੱਕ ਵਾਰੀ ਫੇਰ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਕੇ 1.25 ਲੱਖ ਪਾਠ ਕਰਕੇ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰ। ਜਿਸ ਵੇਲੇ ਦੂਜੀ ਵਾਰ ਵੀ ਪਾਠ ਕੀਤੇ ਉਹ ਗੱਲ ਨਾ ਬਣੀ। ਫਿਰ ਮਨ ਦੇ ਵਿੱਚ ਜਿਹੜੇ ਗੁਰਸਿੱਖ ਸੀ ਉਹਨਾਂ ਤੋਂ ਵੀ ਸਰਧਾ ਚਲੀ ਗਈ। ਕਹਿੰਦੇ ਵੀ ਇਹਨਾਂ ਦੇ ਕਹਿਣ 'ਤੇ ਵੀ ਮੈਂ ਕੀਤਾ ਸੀ, ਗੱਲ ਨਹੀਂ ਬਣੀ। ਅਖੀਰ 'ਤੇ ਕੋਈ ਐਸੇ ਪਾਣੀ ਦੇ ਵਿੱਚ ਡੁੱਬ ਕੇ ਮਰਨ ਵਾਸਤੇ ਤਿਆਰ ਹੋਣ ਲੱਗਿਆ ਕਿ ਸਭ ਕੁਝ ਹੀ ਝੂਠ ਹੀ ਲਿਖਿਆ ਹੋਇਆ ਹੈ ਤੇ ਜੋ ਕੁਝ ਲਿਖਿਆ ਮੈਂ ਪੜ੍ਹਿਆ ਹੈ, ਜੋ ਕੁਝ ਸਿਆਣਿਆਂ ਤੋਂ ਸੁਣਿਆ ਹੈ, ਉਹ ਵੀ ਅਜੇ ਤੱਕ ਗੱਲ ਨਹੀਂ ਬਣੀ। ਤਾਂ ਉਸ ਵੇਲੇ ਇੱਕ ਕੋਈ ਮਹਾਨ ਤੱਤਵੇਤਾ ਸਾਧੂ ਮਹਾਂਪੁਰਸ਼ ਫਿਰ ਮਿਲਿਆ, ਕਹਿਣ ਲੱਗੇ ਇੱਕ ਵਾਰ ਤੂੰ ਫੇਰ ਕਰਕੇ ਵੇਖ। ਕਹਿੰਦੇ ਉਸ ਵੇਲੇ ਜਦੋਂ 1.25 ਲੱਖ ਪਾਠ ਉਸਨੇ ਕੀਤੇ, ਜਿਸ ਵੇਲੇ 1.25 ਲੱਖ ਪਾਠ ਸੰਪੂਰਨ ਹੋਣ ਵਾਲੇ ਸਨ ਤਾਂ ਉਸ ਵੇਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ ਸਨ। ਫਿਰ ਉਸਨੇ ਵਿਚਾਰਿਆ ਵੀ ਪਹਿਲੀ ਵਾਰ ਮੈਨੂੰ ਇਹ ਦਰਸ਼ਨ ਕਿਉਂ ਨਹੀਂ ਹੋਏ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸਾਕਾਰ ਰੂਪ ਦੇ ਵਿੱਚ ਹੋ ਕੇ ਦੱਸਿਆ ਕਿ ਪਹਿਲੀ ਵਾਰ ਜਿਹੜੇ 1.25 ਲੱਖ ਪਾਠ ਕੀਤੇ ਸੀ, ਤੇਰੇ ਪਿਛਲੇ ਜਨਮਾਂ ਦੇ ਬਹੁਤ ਵੱਡੇ ਪਾਪ ਕੀਤੇ ਹੋਏ ਸੀ
ਉਹ ਪਹਿਲੇ ਪਾਠ ਕਰਨ ਦੇ ਨਾਲ ਤੇਰੇ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਧੋਤੇ ਗਏ। ਜਿਸ ਵੇਲੇ ਦੂਜੀ ਵਾਰ ਇਹ 1.25 ਲੱਖ ਪਾਠ ਜਪਜੀ ਬਾਣੀ ਦੇ ਕੀਤੇ, ਕਹਿੰਦੇ ਇਸ ਜਨਮ ਦੇ ਅੰਦਰ ਤੇਰੇ ਮਨ ਦੀ ਸੁੱਧੀ ਹੋਣੀ ਸ਼ੁਰੂ ਹੋ ਗਈ। ਜਿਸ ਵੇਲੇ ਤੀਜੀ ਵਾਰ ਇਹ 1.25 ਲੱਖ ਪਾਠ ਕੀਤੇ, ਤੇਰਾ ਮਨ ਪਵਿੱਤਰ ਹੋ ਗਿਆ, ਤੇਰਾ ਮਨ ਬਿਲਕੁਲ ਸ਼ੁੱਧ ਤੇ ਨਿਰਮਲ ਹੋ ਗਿਆ। ਤੇ ਜਿਸ ਦਾ ਮਨ ਪੂਰਨ ਤੌਰ ਤੇ ਸ਼ੁੱਧ ਤੇ ਨਿਰਮਲ ਹੋ ਜਾਵੇ, ਉਸ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਹੁੰਦੇ ਹਨ। ਇਸ ਕਰਕੇ ਕਈ ਵਾਰ ਅਸੀਂ ਇਹ ਗੱਲ ਸੋਚ ਕੇ ਬੜੀ ਛੇਤੀ ਆਪਣੀ ਸਰਧਾ ਤੋੜ ਬੈਠਦੇ ਹਾਂ ਕਿ ਜੀ ਸਾਡੇ ਤਾਂ ਇਹ ਕਾਮਨਾ ਪੂਰੀ ਨਹੀਂ ਹੋਈ, ਅਸੀਂ ਇੰਨੇ ਪਾਠ ਕੀਤੇ। ਨਹੀਂ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪਾਠ ਕਰੇ ਅਨਥਾ ਨਹੀਂ ਹੈ, ਕਦੇ ਨਿਸਫਲ ਕਰਨ ਹੋਣ ਵਾਲਾ ਨਹੀਂ ਹੈ। ਹੋ ਸਕਦਾ ਕਿਉਂਕਿ ਸਾਡੇ ਪੂਰਬਲੇ ਪਾਪ ਰੂਪੀ ਕਰਮ ਹੀ ਇਤਨੇ ਹੋਣ ਤੇ ਉਹਨਾਂ ਦੇ ਸਾਰਿਆਂ ਦੀ ਪਹਿਲਾਂ ਨਿਵਰਤੀ ਹੋਵੇਗੀ, ਫਿਰ ਮਨ ਸ਼ੁੱਧ ਹੋਵੇਗਾ, ਉਸ ਤੋਂ ਬਾਅਦ ਫਿਰ ਇਹ ਜਿਹੜੀ ਅਗਲੀ ਖੇਡ ਵਰਤਦੀ ਹੈ। ਇਸ ਵਾਸਤੇ ਇਹ ਕਦੇ ਵੀ ਮਨ ਦੇ ਅੰਦਰ ਸਾਨੂੰ ਨਸਰਦਕਪੁਣਾ ਨਹੀਂ ਲਿਆਉਣਾ ਚਾਹੀਦਾ। ਸਗੋਂ ਤਕੜੇ ਹੋ ਕਰਕੇ ਸਾਨੂੰ ਇਹ ਨਾਮ ਤੇ ਬਾਣੀ ਦੇ ਵਿੱਚ ਲੱਗੇ ਰਹਿਣਾ ਚਾਹੀਦਾ। ਇਹ ਮਨ ਦੇ ਅੰਦਰ ਭਾਵਨਾ ਧਾਰੀਏ, ਜਦੋਂ ਆਪਣਾ ਮਨ ਨਿਰਮਲ ਹੋ ਜਾਏਗਾ, ਸਾਡੇ ਪੂਰਬਲੇ ਪਾਪ ਜਿਹੜੇ ਹਨ ਉਹ ਬਿਲਕੁਲ ਧੋਤੇ ਜਾਣਗੇ, ਮਨ ਨਿਰਮਲ ਹੋ ਗਿਆ, ਸ਼ੁੱਧ ਹੋ ਗਿਆ, ਤੇ ਉਸ ਵੇਲੇ ਫਿਰ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਝਲਕਾਰਾ ਪਵੇਗਾ। ਜਿਸ ਤਰ੍ਹਾਂ ਇੱਕ ਨਿਰਮਲ ਸ਼ੁੱਧ ਪਾਣੀ ਹੈ, ਮੈਲਾ ਪਾਣੀ ਹੈ, ਗੰਧਲਾ ਪਾਣੀ ਹੈ, ਉਸ ਦੇ ਵਿੱਚ ਕਦੇ ਚਿਹਰਾ ਸਾਫ਼ ਨਹੀਂ ਦਿਖਾਈ ਦਿੰਦਾ। ਸੂਰਜ ਦਾ ਪ੍ਰਤੀਬਿੰਬ ਉਸ ਦੇ ਅੰਦਰ ਪੂਰਨ ਤੌਰ ਤੇ ਦਿਖਾਈ ਨਹੀਂ ਦਿੰਦਾ। ਜਿਸ ਵੇਲੇ ਬਿਲਕੁਲ ਸ਼ੁੱਧ ਅਤੇ ਸਾਫ਼ ਪਾਣੀ ਹੋਵੇ, ਉਸ ਦੇ ਵਿੱਚ ਚਿਹਰਾ ਦਿਸ ਆਉਂਦਾ ਹੈ। ਆਹ ਸ਼ੀਸ਼ਾ ਹੈ। ਸ਼ੀਸ਼ਾ ਜਿਸ ਵੇਲੇ ਸ਼ੀਸ਼ੇ ਤੇ ਧੱਬੇ ਪੈ ਜਾਣ, ਧੰਧਿਆਈ ਲੱਗ ਜਾਵੇ, ਤੇ ਕਦੇ ਚਿਹਰਾ ਉਸ ਦੇ ਵਿੱਚ ਸਾਫ਼ ਨਹੀਂ ਦਿਸਦਾ। ਜਿਸ ਵੇਲੇ ਸ਼ੀਸ਼ਾ ਬਿਲਕੁਲ ਉਹ ਸਾਫ਼ ਹੋ ਜਾਵੇ, ਫਿਰ ਉਸ ਦੇ ਵਿੱਚ ਚਿਹਰਾ ਸਾਫ਼ ਹੀ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਸ਼ੁੱਧ ਅਤੇ ਨਿਰਮਲ ਹਿਰਦੇ ਦੇ ਨਾਲ ਹੀ ਪਰਮੇਸ਼ਰ ਵਾਹਿਗੁਰੂ ਜੀ ਦੀ ਸਾਖਿਆਤਤਾ ਹੈ ਤੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਹਨ। ਇਸ ਵਾਸਤੇ ਇਹ ਬਾਣੀ ਦੇ ਪਾਠ ਕਰਨ ਦੇ ਨਾਲ, ਚਾਹੇ ਗੁਰਮੰਤਰ ਹੈ, ਮੂਲ ਮੰਤਰ ਹੈ, ਗੁਰੂ ਕੀ ਪਾਵਨ ਗੁਰਬਾਣੀ ਹੈ, ਕਿਸੇ ਵੀ ਰੂਪ ਦੇ ਅੰਦਰ ਪੜ੍ਹੀ ਜਾਵੇ, ਤੇ ਕਦੇ ਸਾਨੂੰ ਥੋੜ੍ਹੇ ਜਿਹੇ ਪਾਠ ਕਰਕੇ ਕਦੇ ਇਹ ਮਨ ਦੇ ਅੰਦਰ ਇਹ ਨਾ ਕਾਹਲਾਪਣ ਬਣੇ ਕਿ ਮੈਨੂੰ ਇਹ ਮੇਰੀ ਕਾਮਨਾ ਕਿਉਂ ਨਹੀਂ ਪੂਰੀ ਹੋਈ। ਜਦੋਂ ਲੱਗੇ ਰਹਾਂਗੇ ਤੇ ਫਿਰ ਇਹ ਕਾਮਨਾ ਜ਼ਰੂਰ ਪੂਰੀ ਹੋਵੇਗੀ। ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਉਹਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਜੰਤਰ ਮੰਤਰ ਪੁਨ ਤੰਤਰ ਮਹਾਨਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਅੰਦਰ ਕਈ ਲੋਕ ਜੰਤਰਾਂ ਦੇ ਵਿੱਚ, ਮੰਤਰਾਂ ਦੇ ਵਿੱਚ ਤੇ ਤੰਤਰਾਂ ਦੇ ਅਧੀਨ ਹਨ। ਜਿਹੜੀ ਤੰਤਰਕ ਵਿਦਿਆ ਹੈ, ਇਹਦੀ ਇੱਕ ਵੱਖਰੀ ਪ੍ਰਕਿਰਿਆ ਹੈ। ਇਸੇ ਤਰ੍ਹਾਂ ਜੰਤਰ, ਜਿਹੜੀ ਚੀਜ਼ ਕਿਸੇ ਕਾਗਜ਼ ਦੇ ਉੱਪਰ ਲਿਖ ਕੇ ਕੀਤੀ ਜਾਵੇ, ਉਹ ਜੰਤਰ ਆਖੀ ਜਾਂਦੀ ਹੈ। ਮੰਤਰ ਆਪਣੇ ਮੁਖ ਦੇ ਵਿੱਚੋਂ ਕੇਵਲ ਪੜ੍ਹਿਆ ਜਾਂਦਾ ਹੈ। ਕਿਸੇ ਚੀਜ਼ ਦੇ ਉੱਪਰ ਆਪਣੀ ਰਸਨਾ ਦੇ ਨਾਲ ਪੜ੍ਹਨਾ, ਉਹ ਮੰਤਰ ਕਿਹਾ ਜਾਂਦਾ ਹੈ। ਜੰਤਰ ਕਾਗਜ਼ਾਂ ਦੇ ਉੱਪਰ ਖਾਨੇ ਬਣਾ ਕੇ, ਨੰਬਰ ਪਾ ਕੇ ਉਸ ਦੇ ਉੱਪਰ ਤੇ ਉਸ ਨੂੰ ਇਕੱਠਿਆਂ ਕਰਨਾ, ਇਹ ਜੰਤਰ ਹੈ। ਇੱਕ ਤੰਤਰ ਵਿਦਿਆ ਹੈ, ਜਿਹੜੀ ਕੋਈ ਤਾਗਾ ਲੈ ਕੇ ਉਸ ਨੂੰ ਗੰਢਾਂ ਦੇਣੀਆਂ ਤੇ ਨਾਲ ਮੰਤਰ ਦਾ ਜਾਪ ਕਰਨਾ, ਉਹਨੂੰ ਤੰਤਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਿਵੇਂ ਮੁਸਲਮਾਨੀ ਮੱਤ ਦੇ ਅੰਦਰ 3 ਇਲਮ ਮੰਨੇ ਜਾਂਦੇ ਨੇ। ਇੱਕ ਹੈ ਚਿੱਟਾ ਇਲਮ, ਲਾਲ ਇਲਮ ਤੇ ਕਾਲਾ ਇਲਮ। ਜਿਹੜਾ ਪ੍ਰਮਾਤਮਾ ਦੀ, ਖੁਦਾ ਦੀ ਪ੍ਰਾਪਤੀ ਵਾਸਤੇ ਉਹ ਚਿੱਟਾ ਇਲਮ ਮੰਨਦੇ ਨੇ। ਜਿਹੜੇ ਕੰਮਾਂ ਦੀ ਸਿੱਧੀ ਵਾਸਤੇ ਕੋਈ ਕੀਤੇ ਜਾਣ, ਉਹ ਲਾਲ ਇਲਮ ਨੇ। ਜਿਹੜਾ ਕਿਸੇ ਦਾ ਨੁਕਸਾਨ ਕਰਨ ਵਾਸਤੇ ਕੀਤੇ ਜਾਣ, ਉਹਨੂੰ ਕਾਲਾ ਇਲਮ ਕਹਿੰਦੇ ਹੈ। ਪਰ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਗੁਰਬਾਣੀ ਹੈ, ਜਪਜੀ ਸਾਹਿਬ ਬਾਣੀ ਦਾ ਪਾਠ ਹੈ, ਇਹਦੇ ਤੇ ਕੋਈ ਕਿਸੇ ਦਾ ਜੰਤਰ ਮੰਤਰ ਤੰਤਰ ਜਿਹੜਾ ਹੈ ਉਹ ਅਸਰ ਨਹੀਂ ਕਰਦਾ। ਜਿਹੜਾ ਸਿੱਖ ਬਾਣੀ ਦਾ ਪਾਠ ਕਰਨ ਵਾਲਾ ਹੈ,
ਭੂਤ ਜੇ ਪ੍ਰੇਤ ਦੈਂਤ ਬਲਵਾਨਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਅੰਦਰ ਕਈ ਜਿਹੜੇ ਹਨ ਉਹ ਕੋਈ ਜਿਹੜੇ ਕਾਲੇ ਇਲਮ ਦੇ ਵਿੱਚ ਹੀ ਜਾਂ ਭੂਤ ਪ੍ਰੇਤ ਆਦਿਕ ਇਹ ਵਿਦਿਆ ਕਰਨ ਵਾਲੇ ਨੇ, ਇਹਨਾਂ ਦਾ ਵੀ ਕਿਸੇ ਤਰ੍ਹਾਂ ਦੇ ਨਾਲ ਗੁਰਬਾਣੀ ਦੇ ਉੱਪਰ ਅਸਰ ਨਹੀਂ ਹੋ ਸਕਦਾ। ਗੁਰਬਾਣੀ ਪੜ੍ਹਨ ਵਾਲੇ ਦੇ ਉੱਪਰ ਵੀ ਅਸਰ ਨਹੀਂ ਹੁੰਦਾ। ਇਹ ਚੀਜ਼ਾਂ ਉਸ ਵੇਲੇ ਸਾਡੇ ਤੇ ਹਾਵੀ ਹੁੰਦੀਆਂ ਨੇ ਜਦੋਂ ਕਈ ਵਾਰ ਸਾਡੇ ਵਿੱਚ ਕਿਸੇ ਪੱਖ ਤੋਂ ਢਿੱਲ ਆ ਜਾਂਦੀ ਹੈ। ਗੁਰਬਾਣੀ ਦੇ ਪਾਠ ਕਰਨ ਦਾ ਇਹਦਾ ਮਤਲਬ ਭਾਵ ਇਹ ਨਹੀਂ ਕਿ ਕੇਵਲ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਤੇ ਜਿਹੜੇ ਬਚਨ ਸਤਿਗੁਰੂ ਜੀ ਨੇ ਕਹੇ ਨੇ ਉਹ ਕਦੇ ਕਮਾਈਏ ਨਾ। ਜਿਸ ਤਰ੍ਹਾਂ ਆਪਾਂ ਕਿਸੇ ਵੈਦ ਦੇ ਕੋਲ, ਡਾਕਟਰ ਦੇ ਕੋਲ ਦਵਾਈ ਲੈਂਦੇ ਹਾਂ, ਉਹ ਸਾਨੂੰ ਨਾਲ ਦੱਸਦਾ ਵੀ ਇਹ ਦਵਾਈ ਤਾਂ ਅਸਰ ਕਰੇਗੀ ਜੇ ਇਹਨਾਂ ਚੀਜ਼ਾਂ ਪੱਤ ਤੇ ਪਰਹੇਜ਼ ਰੱਖੇਗਾ, ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਏਗਾ, ਬਹੁਤੀਆਂ ਖੱਟੀਆਂ ਚੀਜ਼ਾਂ ਨਹੀਂ ਖਾਏਗਾ, ਤਾਂ ਇਹ ਤੇਰੇ ਤੇ ਅਸਰ ਕਰੇਗੀ ਦਵਾਈ। ਤੇ ਜੇ ਮਨੁੱਖ ਦਵਾਈ ਲੈ ਕੇ ਤਲੀਆਂ ਚੀਜ਼ਾਂ ਵੀ ਖਾਈ ਜਾਵੇ, ਖੱਟੀਆਂ ਚੀਜ਼ਾਂ ਖਾਈ ਜਾਵੇ, ਜਿਹੜੀਆਂ ਜਿਹੜੀਆਂ ਚੀਜ਼ਾਂ ਡਾਕਟਰ ਨੇ ਰੋਕੀਆਂ ਨੇ ਉਹਦਾ ਪਰਹੇਜ਼ ਕੋਈ ਨਾ ਕਰੇ, ਭਾਵੇਂ ਸਾਰੀ ਜ਼ਿੰਦਗੀ ਮਨੁੱਖ ਦਵਾਈ ਖਾਈ ਜਾਵੇ ਪਰ ਕਦੇ ਤੰਦਰੁਸਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਨਿਯਮ ਦੱਸੇ ਨੇ ਕਿ ਧਰਮ ਦੀ ਕਿਰਤ ਕਰਨੀ ਹੈ, ਵੰਡ ਕੇ ਛਕਣਾ ਹੈ, ਝੂਠ ਨਹੀਂ ਬੋਲਣਾ, ਇਹ ਬਚਨ ਜਿਹੜੇ ਪਰਾਇਆ ਹੱਕ ਨਹੀਂ ਖਾਣਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਸੇ ਤਰ੍ਹਾਂ ਕੂੜ ਬੋਲ ਮੁਰਦਾਰ ਖਾਏ, ਝੂਠ ਬੋਲਣ ਵਾਲਾ ਇੱਕ ਮੁਰਦਾ ਖਾਣ ਦੇ ਤੁੱਲ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਨੇ। ਜਿਹੜੇ ਇਹਨਾਂ ਦਾ ਪਰਹੇਜ਼ ਰੱਖ ਕੇ ਫੇਰ ਇਹ ਬਾਣੀ ਦੇ ਪਾਠ ਕਰਦੇ ਆ ਉਹਨਾਂ ਤੇ ਜ਼ਰੂਰ ਅਸਰ ਹੁੰਦਾ ਹੈ। ਸੁਖੈਨ ਸਮਝਣ ਵਾਸਤੇ ਵਰਤਮਾਨ ਸਮੇਂ ਦੇ ਅੰਦਰ ਪੰਜ ਪਿਆਰੇ ਸਾਨੂੰ ਜਦੋਂ ਅੰਮ੍ਰਿਤ ਛਕਾਉਂਦੇ ਨੇ ਸਾਨੂੰ ਰਹਿਤਾਂ ਦੱਸਦੇ ਹੈ ਤੇ ਨਾਲ ਕੁਰੈਤਾਂ ਦੀ ਬਾਬਤ ਵੀ ਦੱਸਦੇ ਹੈ ਕਿ ਇਹ ਕੁਰੈਤਾਂ ਨਹੀਂ ਕਦੇ ਕਰਨੀਆਂ। ਜੇ ਇੱਕ ਪਾਸੇ ਮਨੁੱਖ ਕੁਰੈਤਾਂ ਕਰੀ ਜਾਂਦਾ ਹੈ, ਬਾਣੀ ਵੀ ਪੜ੍ਹਦਾ ਹੈ, ਤੇ ਫਿਰ ਉਸ ਦੀ ਭਾਵਨਾ ਕੀ ਪੂਰੀ ਹੋਏਗੀ। ਇਸ ਕਾਰਨ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਜਿਹੜਾ ਸਿੱਖ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ, ਨਿਯਮ ਤੇ ਅਸੂਲਾਂ ਤੇ ਚੱਲਦਾ ਹੈ, ਫਿਰ ਇਹ ਬਾਣੀ ਦਾ ਪਾਠ ਕਰਦਾ, ਜੋ ਜੋ ਕਾਮਨਾ ਮਨ ਦੇ ਵਿੱਚ ਕਰਦਾ ਉਸ ਦੀ ਕਾਮਨਾ ਪੂਰੀ ਹੁੰਦੀ ਹੈ। ਇਹ ਜਿਹੜੇ ਭੂਤ ਪ੍ਰੇਤ ਹਨ ਇਹਨਾਂ ਦਾ ਵੀ ਕੋਈ ਮਨੁੱਖ ਤੇ ਅਸਰ ਨਹੀਂ ਹੁੰਦਾ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਨੰਦਪੁਰ ਦਾ ਵੀ ਇੱਕ ਵਾਕ ਆਉਂਦਾ ਹੈ, ਬਚਨ ਆਉਂਦਾ ਹੈ ਕਿ ਕਿਸੇ ਸਿੱਖ ਨੂੰ ਕਿਸੇ ਪ੍ਰੇਤ ਦਾ ਪਰਛਾਵਾਂ ਪੈ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਸੀ, ਸੋ ਨਾ ਪੜ੍ਹਤ ਹੋਤ ਜਪ ਰਸਨਾ। ਕਹਿੰਦੇ ਭਾਈ ਉਹ ਜਪ ਜੀ ਬਾਣੀ ਦਾ ਪਾਠ ਨਹੀਂ ਕਰਦਾ ਹੋਣਾ। ਜਿਹੜੇ ਸਿੱਖ ਉਹਦੇ ਰਸਨਾ ਤੇ ਜਪ ਜੀ ਬਾਣੀ ਦਾ ਪਾਠ ਹੈ ਉਹਦੇ ਤੇ ਕਿਸੇ ਚੀਜ਼ਾਂ ਦੇ ਅਸਰ ਨਹੀਂ ਹੁੰਦੇ ਹਨ। ਤੇ ਸਮੀਪ ਨਹਿ ਆਵੈ ਕੋਈ, ਉਹਦੇ ਕਦੇ ਨੇੜੇ ਨਹੀਂ ਆ ਸਕਦੇ ਭੂਤ ਪ੍ਰੇਤ, ਇਹ ਜੰਤਰ ਮੰਤਰ ਟੂਣੇ ਟਾਮਣ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪੈਂਦਾ। ਇਹ ਅਸਰ ਉਦੋਂ ਪੈਂਦੇ ਨੇ ਜਦੋਂ ਅਸੀਂ ਸਾਡੇ ਜੀਵਨ 'ਚ ਔਗਣ ਹੁੰਦੇ ਹੈ, ਅਸੀਂ ਬਹੁਤੇ ਜੀਵਨ ਦੇ ਵਿੱਚ ਗਿਰਾਵਟਾਂ ਆ ਜਾਂਦੀਆਂ ਨੇ, ਜਾਂ ਕੁਰੈਤੀ ਜੀਵਨ ਬਣ ਜਾਂਦਾ ਹੈ, ਜਾਂ ਗੁਰੂ ਕੇ ਦੱਸੇ ਹੋਏ ਮਾਰਗ ਤੋਂ ਥਿੜਕ ਜਾਂਦੇ ਹਾਂ, ਭਾਵੇਂ ਬਾਣੀ ਵੀ ਪੜ੍ਹਦੇ ਹੋਈਏ, ਕਿਉਂਕਿ ਜਿੰਨੇ ਸਮੇਂ ਤੱਕ ਗੁਰੂ ਕਾ ਬਚਨ ਹੀ ਨਹੀਂ ਕਮਾ ਸਕੇ। ਕਹਿੰਦੇ ਫਿਰ ਉਹਨਾਂ ਦੇ ਉੱਪਰ ਕੋਈ ਬਾਣੀ ਦਾ ਇਹ ਮਾੜੀਆਂ ਚੀਜ਼ਾਂ ਦਾ ਅਸਰ ਨਹੀਂ ਪੈਂਦਾ ਜੇ ਪੂਰਨ ਨਿਜਮਾ ਸਹਿਤ ਹੋ ਕੇ ਬਾਣੀ ਦਾ ਪਾਠ ਕਰਦਾ। ਪਠਨ ਪ੍ਰੀਤ ਨਿਤ ਨਰ ਜਿਹੇ ਹੋਏ। ਇਸ ਤਰ੍ਹਾਂ ਦੇ ਨਾਲ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਪਜੀ ਬਾਣੀ ਦੀ ਮਹਿਮਾ ਦੱਸਦੇ ਹਨ। ਜਿਤਨਾ ਸਮਾਂ ਆਪਾਂ ਨੀਅਤ ਕੀਤਾ ਤਕਰੀਬਨ 1-2 ਮਿੰਟ ਉੱਪਰ ਹੀ ਹੋ ਗਏ ਹਨ। ਸੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਗੁਰਬਾਣੀ ਦਾ ਜਾਪ, ਇਹ ਜਪਜੀ ਬਾਣੀ ਦਾ ਪਾਠ, ਇਸ ਦਾ ਫਲ ਦੱਸਦੇ ਨੇ। ਹਰ ਇੱਕ ਗੁਰਸਿੱਖ ਨੂੰ ਇਹ ਬਾਣੀ ਕੰਠ ਹੋਣੀ ਚਾਹੀਦੀ ਹੈ। ਅੱਗੇ ਜਾ ਕੇ ਸਤਿਗੁਰੂ ਜੀ ਨੇ ਇਸ ਜਪਜੀ ਬਾਣੀ ਦੇ ਪਾਠ ਦੇ ਵਿੱਚ ਹੀ ਮਹਿਮਾ ਦੱਸੀ ਹੈ ਕਿ ਜਿਹੜਾ ਸਿੱਖ ਹੋ ਕੇ ਬਾਣੀ ਕੰਠ ਨਹੀਂ ਕੀਤੀ, ਕਹਿੰਦੇ ਉਹਨੇ ਤਾਂ ਨਾਮ ਆਪਣਾ ਨਾਮ ਧਰੀਕ ਹੀ ਰਖਾਇਆ ਹੋਇਆ ਹੈ।
ਸਿੱਖ ਹੋਏ ਜਪ ਕੰਠ ਨਾ ਕੀਨੋ, ਨਾਮ ਧਰੀਕ ਵੇਸ ਧਰ ਲੀਨੋ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਨੇ, ਸਿੱਖ ਗੁਰੂ ਕਾ ਹੋਏ ਗਇਓ, ਜਪ ਜੀ ਕੰਠ ਨਾ ਕੀਨ। ਤੰਦਲ ਬਿਨ ਤੁਖ ਕਾਮ ਕਿਹੇ, ਤੈਸੇ ਸਿੱਖ ਕੋ ਚੀਨ। ਇਸੇ ਤਰ੍ਹਾਂ ਭਾਈ ਮੰਝ ਜੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਸੱਚਖੰਡ ਦਾ ਡਿਉੜੀਦਾਰ ਬਣਾਇਆ ਤੇ ਉਸ ਨੂੰ ਇਹ ਹੁਕਮ ਕੀਤਾ ਹੈ ਕਿ ਸਿੱਖ ਦੇ ਕੋਲੋਂ ਜਪ ਬਾਣੀ ਦਾ ਪਾਠ ਸੁਣਨਾ। ਸੋ ਇਹ ਬੇਅੰਤੀ ਐਸੀਆਂ ਜਪ ਜੀ ਬਾਣੀ ਦੀ ਮਹਿਮਾ ਦੀ ਬਾਬਤ ਵਾਕ ਆਉਂਦੇ ਹਨ। ਬਿਨ ਜਪ ਜਾਪ ਜਪੇ ਬਿਨਾ, ਜੋ ਜੀਵੈ ਪ੍ਰਸਾਦ, ਸੋ ਬਿਸ਼ਟਾ ਕਾ ਕਿਰਮ ਹੋਏ, ਜਨਮ ਗਵਾਵੇ ਬਾਦ। ਜਿਹੜਾ ਸਿੱਖ ਜਪ ਜੀ ਬਾਣੀ ਦੇ ਪਾਠ ਪੜ੍ਹੇ ਤੋਂ ਬਿਨਾ ਕੁਝ ਖਾਂਦਾ ਹੈ ਪੀਂਦਾ ਹੈ, ਉਹ ਗੰਦਗੀ ਦਾ ਕੀੜਾ ਬਣਦਾ। ਇਹ ਰਹਿਤਨਾਮਿਆਂ ਵਿੱਚ ਭਾਈ ਪ੍ਰਹਿਲਾਦ ਸਿੰਘ ਜੀ, ਉਹਨਾਂ ਦੇ ਰਹਿਤਨਾਮੇ ਵਿੱਚ ਇਹ ਬਚਨ ਲਿਖੇ ਹੋਏ ਨੇ। ਬਿਨ ਜਪ ਜਾਪ ਜਪੇ ਬਿਨਾ, ਇਹ ਜਪਜੀ ਸਾਹਿਬ ਜੀ ਦਾ ਜਾਪ ਜਪੇ ਤੋਂ ਬਿਨਾ। ਜੋ ਜੀਵੈ ਪ੍ਰਸਾਦ, ਜਿਹੜਾ ਮਨੁੱਖ ਭੋਜਨ ਖਾਂਦਾ ਪੀਂਦਾ ਹੈ, ਸੋ ਬਿਸ਼ਟਾ ਕਾ ਕਿਰਮ ਹੋਏ, ਗੰਦਗੀ ਦਾ ਕੀੜਾ ਹੁੰਦਾ। ਜਨਮ ਗਵਾਵੇ ਬਾਅਦ, ਆਪਣਾ ਨਿਸਫਲ ਹੀ ਜਨਮ ਗਵਾ ਲੈਂਦਾ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਹਰ ਇੱਕ ਗੁਰਸਿੱਖ ਨੂੰ ਇਹ ਹੁਕਮ ਆ ਕਿ ਗੁਰਬਾਣੀ ਦਾ ਪਾਠ ਕਰਕੇ ਹੀ ਕੁਝ ਅੰਨ ਪਾਣੀ ਮੂੰਹ ਨੂੰ ਲਾਵੇ। ਆਪਾਂ ਇਹਨਾਂ ਨਿਯਮਾਂ 'ਤੇ ਚੱਲੀਏ, ਜੀਵਨ ਸਫਲਾ ਬਣੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸਾਂ ਕਰੀਏ। ਇਹ ਗੁਰੂ ਕੀ ਪਾਵਨ ਬਾਣੀ ਦਾ ਪਾਠ ਆਪਣੇ ਸਾਰਿਆਂ ਦੇ ਹਿਰਦੇ ਵਿੱਚ ਗੁਰੂ ਕੇ ਉਪਦੇਸ਼ ਵਸਣ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਨੂੰ ਖਿਮਾ ਕਰਨਾ। ਸਰਬੱਤ ਗੁਰਸਿੱਖਾਂ ਦਾ, ਪਿਆਰਿਆਂ ਦਾ ਹਾਰਦਿਕ ਧੰਨਵਾਦ। ਹੁਣ ਇੱਥੇ ਹੀ ਸਮਾਪਤੀ ਕਰੀਏ। ਜੰਤਰ ਮੰਤਰ ਪੁਨ ਤੰਤਰ ਮਹਾਨਾ, ਭੂਤ ਜੇ ਪ੍ਰੇਤ ਦੈਂਤ ਬਲਵਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਪਾਰ ਉਤਾਰਨਹਾਰ। ਜੋ ਸਰਦਾ ਕਰ ਸੇਵੰਦੇ, ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤਦ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਨ ਕਉ। ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਅਨੰਦ ਸੁਨੋ ਵਡਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ। ਪੂਰੇ ਗੁਰ ਤੇ ਜਾਣੀ, ਸੁਨਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ।